पहला पॉइंट वो कहते हैं कि अधूरा जो ज्ञान है इन मूर्खों के पास, इन्हें कुछ नहीं आता क्योंकि इन मूर्खों के पास अधूरा ज्ञान है। फिर कभी कभी मूर्ख भी कहते हैं प्रभु के दासों को, कभी कभी कहते हैं कि ये जो क्रिश्चियंस हैं ये कुत्ते हैं। मैं इसीलिए कहता हूं अधूरा ज्ञान बड़ा खतरनाक ज्ञान है और मूर्खता का कोई इलाज नहीं है। इस चर्च का कोई भी प्रधान नहीं है, इस चर्च का प्रधान मैं हूं, आपको ये मालूम होना चाहिए। क्योंकि लोग आपसे जेलसी करते हैं, चर्च से जेलसी करते हैं, उनको मौका चाहिए कोई। मैं तो मैं आज प्रभु को बोल रहा था, मैं कहा परमेश्वर तू चंगा रह गया प्रभु, तू आज दे युग च नहीं कदे आ गया। ਇਹ ਤੈਨੂੰ ਟ੍ਰੋਲ ਕਰੇ ਜਾਣਾ ਹੀ ਲੋਕਾਂ ਨੇ, ਲੈ ਯਹੂਦਾ ਇਸਕਰਿਓਤੀ ਡਿੱਗ ਗਿਆ, ਤੇ ਕੋ ਟੀਚਿੰਗ ਨਹੀਂ ਦਿੱਤੀ ਗਈ, ਤੂੰ ਉਹਨੂੰ ਸਮਝਾ ਨਹੀਂ ਸਕਿਆ, ਤੂੰ ਉਹਦਾ ਦਿਲ ਨਹੀਂ ਬਦਲ ਸਕਿਆ, ਯਹੂਦਾ ਇਸਕਰਿਓਤੀ ਕਿੱਦਾਂ ਡਿੱਗ ਗਿਆ। ਇਹਨਾਂ ਨੇ ਸ਼ੈਮੂਲ ਨੂੰ ਫੜ ਲੈਣਾ ਸੀ, ਲੈ ਸ਼ਾਉਲ ਕਿੱਦਾਂ ਡਿੱਗ ਗਿਆ, ਤੂੰ ਨਬੀ ਨਹੀਂ ਹੈਗਾ ਸਹੀ, ਤੂੰ ਸਹੀ ਸਿੱਖਿਆ ਨਹੀਂ ਦਿੱਤੀ। ਮੂਰਖੋ, ਪਾਸਟਰ ਕਹਿ ਸਕਦਾ ਦਾਰੂ ਨਾ ਪੀਓ, ਤੁਹਾਡੇ ਘਰਾਂ 'ਚ ਵੜ ਕੇ ਉਹਨੇ ਤੁਹਾਡੀਆਂ ਬੋਤਲਾਂ ਥੋੜੀ ਫੜ ਲੈਣੀਆਂ ਹੁਣ। ਤੁਹਾਡੇ ਘਰਾਂ 'ਚ ਵੜ ਕੇ ਤੁਹਾਡੇ ਹੁਣ ਅੰਗ ਥੋੜੀ ਫੜ ਲੈਣੇ ਆ ਉਹਨੇ ਕਿ ਬੇਬੀਚਾਰ ਨਾ ਕਰੋ, ਵੀ ਇੱਧਰ ਆ ਜਾ, ਵੀ ਤੇਰੇ ਹੱਥ ਫੜ ਕੇ ਤੈਨੂੰ ਮੈਂ ਬਾਹਰ ਲੈ ਜਾਣਾ, ਹੁਣ ਤੈਨੂੰ ਤੇਰੇ ਪੈਰਾਂ ਨੂੰ ਬੰਨ੍ਹ ਦੇਣਾ, ਤੈਨੂੰ ਅੰਗ ਫੜ ਲੈਣੇ, ਤੈਨੂੰ ਜਾਣ ਹੀ ਨਹੀਂ ਦੇਣਾ ਮੈਂ ਉੱਥੇ। ਪਾਸਟਰ ਨੇ ਪ੍ਰੀਚ ਕਰਨਾ, ਜੇ ਕੋਈ ਗਲਤੀ ਕਰੇਗਾ, ਜੇ ਉਹਨੇ ਗਲਤੀ ਕੀਤੀ ਤੇ ਉਹਦੀ ਸਜ਼ਾ ਉਹਨੂੰ ਮਿਲੀ ਹੈ, ਉਹਦੀ ਬੇਇੱਜ਼ਤੀ ਹੋਈ ਹੈ, ਲੋਕਾਂ 'ਚ ਉਹਦੀ ਇਨਸਲਟ ਹੋਈ ਹੈ, ਉਹਨੂੰ ਕੋਈ ਖਤਮ ਨਹੀਂ ਕਰ ਸਕਦਾ। ਜੇ ਦਾਊਦ ਨੇ ਗਲਤੀ ਕੀਤੀ, ਉਹਦੀ ਇਨਸਲਟ ਹੋਈ, ਉਹਨੇ ਆਪਣੇ ਆਪ ਆਪਣਾ ਅਸਤੀਫਾ ਤਿਆਰ ਕੀਤਾ। ਖਾਂਬਰਾ ਚਰਚ ਵਿੱਚ ਉਹਦੀ ਕੋਈ ਪੋਜੀਸ਼ਨ ਨਹੀਂ ਹੈ, ਉਹ ਮੇਰਾ ਸਪਿਰਿਚੁਅਲ ਸਨ ਹੈ, ਮੈਂ ਉਹਨੂੰ ਸਪਿਰਿਚੁਅਲ ਸਨ ਦੇ ਤੌਰ ਤੇ ਦੇਖਦਾ, ਜਿਹਨੇ ਪੰਜਾਬ 'ਚ ਐਕਸਲੈਂਟ ਕੰਮ ਕੀਤਾ ਔਰ ਅੱਜ ਵੀ ਐਕਸਲੈਂਟ ਨੰਬਰ 1 ਤੇ ਕੰਮ ਕਰ ਰਿਹਾ। ਉਹਨੇ ਮਿਸਟੇਕ ਕੀਤੀ, ਹਾਂ ਕੀਤੀ, ਉਹਦੀ ਸਜ਼ਾ ਉਹਨੂੰ ਮਿਲੀ, ਹਾਂ ਮਿਲੀ, ਪ੍ਰਭੂ ਨੇ ਮੈਨੂੰ ਸਜ਼ਾ ਦਿੱਤੀ ਹੋਏਗੀ, ਉਹਦੀ ਇਨਸਲਟ ਹੋਈ, ਉਹਨੂੰ ਕਿੰਨੀ ਬੇਚੈਨੀ ਫੀਲ ਹੋਈ ਹੋਏਗੀ, ਕਿਉਂਕਿ ਮਾਫੀ ਮੰਗਣ ਤੋਂ ਬਾਅਦ ਵੀ ਜਿਹੜਾ ਪਾਪ ਦਾ ਕੌਨਸੀਕੁਐਂਸ ਹੈ ਤੁਹਾਡੀ ਲਾਈਫ 'ਚੋਂ ਖਤਮ ਨਹੀਂ ਹੁੰਦਾ ਕਦੀ ਵੀ। ਤੁਸੀਂ ਵਿਚਾਰ ਕੀਤਾ, ਮਾਫੀ ਮੰਗੀ, ਮਾਫੀ ਮਿਲ ਜੂਗੀ, ਲੇਕਿਨ ਉਹਦਾ ਅਸਰ ਤੁਹਾਡੀ ਜ਼ਿੰਦਗੀ ਤੇ ਰਹੂਗਾ। ਲੇਕਿਨ ਲੋਕਾਂ ਨੂੰ ਬਹਾਨਾ ਚਾਹੀਦਾ ਸਿਰਫ, ਕਿਉਂਕਿ ਉਹ ਆਪਕੋ ਆਪਕੀ ਗ੍ਰੇਸ ਕੋ ਤੁਹਾਡੇ ਜਿਹੜੇ ਕੀਤੇ ਕੰਮ ਆ ਉਹਦੀ ਬਰਾਬਰੀ ਨਹੀਂ ਕਰ ਸਕਦੇ ਹੋ। ਅੱਜ ਮੈਂ ਖੜ ਕੇ ਪ੍ਰਚਾਰ ਕਰ ਰਿਹਾ, ਸਾਰਿਆਂ ਨੇ ਖੜੇ ਹੋ ਜਾਣਾ, ਮੈਂ ਕੁਰਸੀ ਤੇ ਬਹਿ ਗਿਆ, ਸਾਰਿਆਂ ਨੇ ਕੁਰਸੀ ਤੇ ਬਹਿ ਜਾਣਾ। ਜੇ ਮੈਂ ਇੱਕ ਲੱਤ ਤੇ ਪ੍ਰਚਾਰ ਕਰਨਾ ਸ਼ੁਰੂ ਕਰਤਾ, ਸਾਰਿਆਂ ਨੇ ਇੱਕ ਲੱਤ ਤੇ ਕਰਨਾ ਸ਼ੁਰੂ ਕਰ ਦੇਣਾ। ਹਾਂ, ਆਪਣਾ ਦਿਮਾਗ ਸਿਰਫ ਜੋ ਇੰਟਰਨੈਟ ਤੋਂ ਸੁਣਿਆ, ਜੋ ਕਾਪੀ ਕੀਤੀ ਔਰ ਉਹਨੂੰ ਬੋਲਣਾ ਸ਼ੁਰੂ ਕਰ ਦਿੱਤਾ। ਇੱਕ ਐਸਾ ਆਦਮੀ ਜਿਹੜਾ ਸੈਲਫਲੈਸ ਹੋ ਕੇ, ਜਦੋਂ ਕੋਈ ਇੰਨੀ ਵੱਡੀ ਪੋਸਟ ਤੇ ਜਾਂ ਕਿਸੇ ਵੱਡੀ ਚਰਚ ਦੇ ਵਿੱਚ ਇੰਨੇ ਵੱਡੇ ਅਹੁਦੇ ਤੇ ਹੁੰਦਾ, ਉਹ ਕਰੋੜਾਂ ਰੁਪਇਆ ਕਮਾ ਸਕਦਾ। ਉਹ ਇੱਕ ਪੋਲੀਟੀਸ਼ੀਅਨ ਨਾਲ ਮਿਲਵਾਉਣ ਦੇ ਲਈ ਉਹ ਲੱਖਾਂ ਰੁਪਇਆ ਲੈ ਸਕਦਾ ਪੋਲੀਟੀਸ਼ੀਅਨ ਦੇ ਕੋਲ, ਬਿਨਾਂ ਚਰਚ ਨੂੰ ਦੱਸੇ। ਪਿੱਛੇ ਜੇ ਮੇਰੇ ਕੋਲ ਆਇਆ ਔਰ ਮੈਨੂੰ ਕਹਿੰਦਾ ਪਾਪਾ ਮੇਰਾ ਜਿਹੜੀ ਘਰ ਹੈ ਮੇਰਾ ਉਹ ਗਿਰਵੀ ਪਿਆ, ਮੈਂ ਉਹਦੀ ਕਿਸ਼ਤਾਂ ਨਹੀਂ ਦੇ ਪਾਇਆ ਬੈਂਕ ਦੇ ਕੋਲੋਂ, ਤੇ ਮੈਂ ਹੁਣ ਬੈਂਕ ਦੇ ਨਾਲ ਕੋਈ ਸੈਟਲਮੈਂਟ ਕਰ ਰਿਹਾ ਕਿ ਮੇਰੀ ਸੈਟਲਮੈਂਟ ਹੋ ਜੇ। ਇੱਕ ਐਸਾ ਆਦਮੀ, ਉਹਨੇ ਆਪਣਾ ਬਿਜ਼ਨਸ ਡਾਊਨ ਕਰ ਲਿਆ, ਉਹਦੇ ਕੱਪੜਿਆਂ ਦਾ ਬਿਜ਼ਨਸ ਸੀਗਾ। ਉਹ ਜਦੋਂ ਉਹਨੇ ਕੰਮ ਤੇ ਜਾਣਾ, ਚਰਚ ਤੋਂ ਫੋਨ ਆ ਜਾਣਾ, ਭਾਜੀ ਜਾਈਓ ਉੱਥੇ ਥਾਣੇ 'ਚ ਗੱਲ ਕਰਨੀ, ਭਾਜੀ ਜਾਈਓ SSP ਕੋਲ ਗੱਲ ਕਰਨੀ, ਭਾਜੀ ਜਾਈਓ ਕਰੂਸੇਡ ਦੀ ਬੁਕਿੰਗ ਕਰਨੀ, ਭਾਜੀ ਜਾਈਓ ਕਰੂਸੇਡ ਦਾ ਉੱਥੇ ਪੰਗਾ ਪੈ ਗਿਆ, ਭਾਜੀ ਜਾਈਓ ਉਹ ਕੰਮ ਹੋ ਗਿਆ। ਉਹਨੇ ਆਪਣਾ ਕੰਮ ਛੱਡ ਕੇ ਕੰਮ ਕਰਨੇ ਸ਼ੁਰੂ ਕਰਤੇ, ਕੰਮ ਉਹਦਾ ਖਤਮ ਹੋ ਗਿਆ। ਉਹਨੇ ਵਾਈਫ ਨੂੰ ਬਿਠਾਇਆ, ਚੱਲਿਆ ਨਹੀਂ, ਕੰਮ ਡਾਊਨ ਹੋ ਗਿਆ। ਇੱਕ ਐਸਾ ਆਦਮੀ ਜਿਹਨੇ ਆਪਣਾ ਬਿਜ਼ਨਸ ਛੱਡ ਦਿੱਤਾ, ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਉਹਨੂੰ ਟਰੋਲ ਕਰਨ ਦਾ ਮਤਲਬ ਹੈ ਤੁਸੀਂ ਸ਼ਰਾਪ ਲੈ ਰਹੇ ਹੋ ਆਪਣੇ ਉੱਪਰ। ਔਰ ਇੱਕ ਮਿਸਟੇਕ ਉਹਦੇ ਕੋਲ ਹੋਈ, ਹਾਂ 100% ਹੋਈ, ਛੋਟੀ ਹੋਈ ਨਹੀਂ, ਬਹੁਤ ਵੱਡੀ ਹੋਈ, ਉਹਦਾ ਅਸਰ ਹੋਊਗਾ, 100% ਹੋਊਗਾ, ਉਹਦੀ ਇਨਸਲਟ ਹੋਊਗੀ, ਲੇਕਿਨ ਇਹ ਵੀ ਗੱਲ ਯਾਦ ਰੱਖਿਓ, ਉਹ ਫਿਰ ਤੋਂ ਉੱਪਰ ਆਊਗਾ ਔਰ ਜ਼ਿਆਦਾ ਉੱਪਰ ਆਊਗਾ। ਮੈਂ ਐਜ਼ ਏ ਸਪਿਰਿਚੁਅਲ ਫਾਦਰ ਕਿਸੇ ਨੂੰ ਕਿਵੇਂ ਛੱਡਦਾ ਜੇ ਬੰਦਾ ਪਛਤਾਪ ਕਰੇ ਤਾਂ, ਔਰ ਉਹਨੂੰ ਲੋਕਾਂ ਸਾਹਮਣੇ ਰੋਣ ਦੀ ਲੋੜ ਨਹੀਂਗੀ, ਉਹ ਰੱਬ ਸਾਹਮਣੇ ਰੋਵੇ, ਆਪਣੇ ਮੇਰੇ ਸਾਹਮਣੇ ਵੀ ਰੋਣ ਦੀ ਲੋੜ ਨਹੀਂ। ਇਹ ਕੋਈ ਪੁਰਾਣਾ ਨਿਯਮ ਥੋੜੀ ਹੈ ਕਿ ਯਾਜਕ ਦੇ ਸਾਹਮਣੇ ਜਾ ਕੇ ਮਾਫੀਆਂ ਮੰਗਣੀਆਂ। ਬਾਹਰ ਆਓ ਪੁਰਾਣੇ ਨਿਯਮ ਤੋਂ, ਤੁਸੀਂ ਰੂਮ ਦੇ ਵਿੱਚ ਜਾਓ, ਪਾਪ ਕੀਤਾ ਜਾਓ, ਮਾਫੀ ਮੰਗੋ ਰੱਬ ਦੇ ਕੋਲੋਂ, ਤੁਹਾਨੂੰ ਕਿਸੇ ਕੋਲ ਮਾਫੀ ਮੰਗਣ ਦੀ ਲੋੜ ਨਹੀਂ। ਹਾਂ, ਤੁਸੀਂ ਇੱਕ ਪੋਸਟ ਤੇ ਸੀਗੇ, ਤੁਸੀਂ ਮੇਰੇ ਕੋਲ ਆਏ, ਮੈਂ ਤੁਹਾਨੂੰ ਮਾਫ ਕੀਤਾ, ਉਹਦਾ ਕੌਨਸੀਕੁਐਂਸ ਕੀ ਹੈ ਕਿ ਤੁਸੀਂ ਹੁਣ ਇੱਕ ਪਦਵੀ ਤੇ ਨਹੀਂ ਹੋ, ਉਹਦਾ ਕੌਨਸੀਕੁਐਂਸ ਇਹ ਹੈ ਕਿ ਤੁਸੀਂ ਹੁਣ ਆਪਣੀ ਇਮੇਜ ਫਿਰ ਤੋਂ ਬਣਾਓਗੇ, ਇਹਦਾ ਕੌਨਸੀਕੁਐਂਸ ਇਹ ਹੈ। ਲੇਕਿਨ ਅੱਜ ਤੁਸੀਂ ਲੋਕਾਂ ਨੂੰ ਚੈੱਕ ਕਰੋ,
ਜਿਨ੍ਹਾਂ ਨੂੰ ਪਤਾ ਹੈ ਕਿ ਮਸੀਹ ਕੌਮ ਲਈ ਕੰਮ ਕਰਨ ਵਾਲੇ ਬੰਦੇ ਨੂੰ ਕਿੱਦਾਂ ਉਹਨਾਂ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਅਗਰ ਉਹਦੀ ਮਿਸਟੇਕ ਸੀ, ਉਹ ਫੋਨ ਕਰਦੇ ਕਿ ਗੌਰਵ ਤੇਰੇ ਕੋਲ ਮਿਸਟੇਕ ਹੋਈ, ਉਹ ਕਹਿੰਦਾ ਹਾਂ ਮੇਰੇ ਕੋਲ ਹੋਈ, ਮੈਂ ਮਾਫੀ ਮੰਗਦਾ, ਨੈਕਸਟ ਟਾਈਮ ਕਰੇਗਾ, ਕਦੀ ਨਹੀਂ ਕਰਾਂਗਾ। ਔਰ ਮੈਂ ਐਸੇ ਲੋਕਾਂ ਨੂੰ ਵੀ, ਲੋਕੀ ਮੈਨੂੰ ਦੱਸਦੇ ਐਸੇ ਲੋਕ ਵੀ ਹੈਗੇ ਜਿਹੜੇ ਉਹਨਾਂ ਨੂੰ ਲੱਗਾ ਕਿ ਇਹ ਚਰਚ ਦਾ ਪ੍ਰਧਾਨ ਹੈ ਤੇ ਆਪਣੇ ਆਪਣੇ ਚਰਚਾਂ 'ਚ ਪ੍ਰਧਾਨ ਖੜੇ ਕਰਦੇ, ਇਹ ਪਤਾ ਹੀ ਨਹੀਂ ਕਿ ਇਹ ਹੈ ਹੀ ਨਹੀਂ, ਪੋਸਟ ਹੀ ਹੈ ਨਹੀਂ ਚਰਚ ਦੇ ਵਿੱਚ। ਫਿਰ ਕਹਿੰਦੇ ਅਸੀਂ ਕਾਪੀ ਨਹੀਂ ਕਰਦੇ। ਫਿਰ ਉਹਨਾਂ ਦੇ ਲੋਕਾਂ ਦੀਆਂ ਕੰਪਲੇਂਟਸ ਹੈ ਕਿ ਇਹਨਾਂ ਦੇ 3-3 ਜਗ੍ਹਾ ਤੇ ਰੋਂਗ ਰਿਲੇਸ਼ਨਸ਼ਿਪਸ ਆ ਉਹਨਾਂ ਲੋਕਾਂ ਦੀਆਂ। ਅਸੀਂ ਕਦੀ ਵੀ ਗੱਲ ਨਹੀਂ ਕੀਤੀ। ਕਿਉਂ? ਮੈਂ ਹਮੇਸ਼ਾ ਪਰਸਨਲ ਅਟੈਕ ਕਰਨ ਤੇ ਬਿਲੀਵ ਨਹੀਂ ਕਰਦਾ ਕਿ ਅਗਰ ਪਰਮੇਸ਼ਵਰ ਨਾਲ ਤੁਹਾਡਾ ਕੋਈ ਗਲਤ ਚੱਕਰ ਚੱਲਦਾ ਪਿਆ, ਹਿਸਾਬ ਕਿਤਾਬ ਸੈੱਟ ਨਹੀਂ ਹੈਗਾ, ਤੇ ਰੱਬ ਤੁਹਾਨੂੰ ਸਜ਼ਾ ਦੇਊਗਾ। ਤੁਸੀਂ ਅਗਰ ਪਬਲਿਕਲੀ ਕੁਝ ਕਰੋਗੇ, ਮੈਂ ਪਬਲਿਕਲੀ ਕੁਝ ਕਹੂੰਗਾ। ਅਗਰ ਤੁਸੀਂ ਸੀਕ੍ਰੇਟਲੀ ਕੁਝ ਗਲਤ ਕਰ ਰਹੇ ਹੋ ਤਾਂ ਰੱਬ ਤੁਹਾਡਾ ਨਿਆਂ ਕਰੇਗਾ। ਪਰ ਅੱਜ ਲੋਕਾਂ ਨੂੰ ਬਹਾਨਾ ਚਾਹੀਦਾ। ਅਗਰ ਯਹੂਦਾ ਇਸਕਰਿਓਤੀ ਗਿਰਿਆ ਤਾਂ ਯੀਸ਼ੂ ਮਸੀਹ ਤੇ ਵੀ ਦੋਸ਼ ਲਾ ਸਕਦੇ। ਅਗਰ ਸ਼ਾਉਲ ਗਿਰਿਆ ਤੇ ਉਹ ਸ਼ੈਮੂਅਲ ਦੀ ਸਿੱਖਿਆ ਨੂੰ ਮਾੜਾ ਕਹਿ ਸਕਦੇ। ਇੰਨੇ ਵੇਲੜ ਲੋਕ ਹੈਗੇ ਆਪਣੇ ਕੋਲ ਇੰਟਰਨੈਟ ਦੇ ਉੱਤੇ। ਆਪਣੀਆਂ ਜਾ ਕੇ ਸੇਵਕਾਈਆਂ ਔਰ ਕੰਮ ਦੇਖੋ, ਆਪਣੀਆਂ ਜ਼ਿੰਦਗੀਆਂ ਉਹਨਾਂ ਦੀ ਜਾ ਕੇ ਦੇਖੋਗੇ ਨਾ, ਤੁਹਾਨੂੰ ਤਰਸ ਆਊਗਾ। ਤਰਸਯੋਗ ਜ਼ਿੰਦਗੀਆਂ ਨੇ ਉਹਨਾਂ ਦੀਆਂ ਜਿਹੜੀਆਂ ਵੀਡੀਓਜ਼ ਬਣਾ ਰਹੇ, ਤਰਸਯੋਗ। ਉਹਨਾਂ ਦੀ ਲਾ ਕੇ ਲਾਈਵਸ ਦੇਖੋ, ਤੁਹਾਨੂੰ ਤਰਸ ਆਊਗਾ ਜਿੱਦਾਂ ਦੀ ਕੰਡੀਸ਼ਨ 'ਚ ਹੈਗੇ ਇਸ ਟਾਈਮ। ਪਰ ਮੈਂ ਕਦੀ ਕਿਸੇ ਤੇ ਅਟੈਕ ਨਹੀਂ ਕੀਤਾ, ਨਾ ਹੀ ਕਰਾਂਗਾ ਕਦੀ, ਕਿਉਂਕਿ ਆਪਾਂ ਨੂੰ ਪਤਾ ਆਪਾਂ ਕਿੰਨੇ ਕੰਮ ਕਰਨੇ, ਕਿਹੋ ਜਿਹੇ ਕੰਮ ਆਪਾਂ ਕਰ ਰਹੇ ਹਾਂ, ਕਿਹੜੀ ਪੋਸਟ ਤੇ ਆਪਾਂ ਹੈਗੇ ਹਾਂ, ਕਿੱਦਾਂ ਆਪਾਂ ਅੱਗੇ ਵਧਣਾ, ਔਰ ਕਿੱਦਾਂ ਮਾਫੀ ਦੀ ਸਪਿਰਿਟ ਨੂੰ ਲੈ ਕੇ ਅੱਗੇ ਵਧਣਾ, ਸਿੱਖਿਆ ਦੀ ਸਪਿਰਿਟ ਨੂੰ ਲੈ ਕੇ ਅੱਗੇ ਵਧਣਾ। ਡਾਂਟਣਾ ਵੀ ਹੈ, ਉਲਾਹਨਾ ਵੀ ਦੇਣੀ ਹੈ, ਸਮਝਾਉਣਾ ਵੀ ਹੈ ਤੇ ਮਾਫ ਵੀ ਕਰਨਾ। ਹਾਲੇਲੂਇਆ। ਔਰ ਜਦੋਂ ਇਹ ਗੱਲਾਂ ਸਮਝ ਆ ਜਾਣਗੀਆਂ ਆਪਣੇ, ਜਦੋਂ ਇਹ ਪਤਾ ਲੱਗ ਜਾਏਗਾ ਆਪਾਂ ਨੂੰ ਕਿ ਆਪਾਂ ਇੱਕ ਐਸੀ ਗ੍ਰੇਸ ਦੇ ਨੀਚੇ ਆ ਜਿਹਦੇ ਕਿਸੇ ਦਾ ਪੱਖਪਾਤ ਨਹੀਂ, ਸਿਰਫ ਪਰਮੇਸ਼ਵਰ ਹੀ ਇੱਥੇ ਪ੍ਰਧਾਨ ਹੈ, ਉਹਦਾ ਆਤਮਾ ਇੱਥੇ ਪ੍ਰਧਾਨ ਹੈ, ਔਰ ਉਹੀ ਇੱਥੇ ਕੰਮ ਕਰ ਰਿਹਾ। ਅਸੀਂ ਹੱਸਣ ਦੇ ਸੀ ਉਲਟਾ, ਇਹ ਲੋਕਾਂ ਨੂੰ ਪਤਾ ਹੀ ਕੱਖ ਨਹੀਂ ਗਾ ਯਾਰ। ਸਪਿਰਿਚੁਅਲ ਚਰਚ ਦੇ ਵਿੱਚ ਕੋਈ ਪੋਲੀਟੀਕਲ ਪ੍ਰਧਾਨ ਨਹੀਂ ਹੁੰਦਾ ਕੋਈ ਵੀ। ਇਹ ਸਪਿਰਿਚੁਅਲ ਪਲੇਸ ਹੈ। ਇੱਥੇ ਪਾਸਟਰਸ, ਇੱਥੇ ਅਪੋਸਟਲਸ, ਇੱਥੇ ਇਵੈਂਜਲਿਸਟ ਨੇ, ਇੱਥੇ ਲੋਕ ਸਪਿਰਿਚੁਅਲ ਚੀਜ਼ਾਂ ਨੇ। ਲੀਗਲ ਚੀਜ਼ਾਂ ਦੂਸਰੀ ਕਮੇਟੀਜ਼ ਕਰਦੀਆਂ ਨੇ, ਔਰ ਉਹ ਕਮੇਟੀ 'ਚ ਮੈਂ ਮੈਂਬਰ ਨਹੀਂ ਹਾਂ। ਮੈਂ ਉਹਨੂੰ ਕਿਵੇਂ ਹਟਾਉਣਾ ਜਿਹੜੀ ਕਮੇਟੀ ਦਾ ਮੈਂ ਮੈਂਬਰ ਨਹੀਂ ਹਾਂ? ਐਕਸ਼ਨ ਕਮੇਟੀ ਇਕੱਠੀ ਹੋਊਗੀ, ਉਹ ਆਪਣਾ ਅਸਤੀਫਾ ਲੈ ਕੇ ਕਾਦਾ ਬੈਠਾ, ਉਹ ਦੇ ਦੇਗਾ। ਐਕਸ਼ਨ ਕਮੇਟੀ ਦੇਖੇਗੀ ਕੀ ਕਰਨਾ। ਮੈਂ ਉਹਦੇ 'ਚ ਕੋਈ ਮੈਂਬਰ ਵੀ ਨਹੀਂ ਹੈ, ਕੋਈ ਪ੍ਰੈਜ਼ੀਡੈਂਟ ਵੀ ਨਹੀਂ ਹੈ, ਕੋਈ ਸਕੱਤਰ ਵੀ ਨਹੀਂ ਹੈ। ਉਹ ਮੈਂ ਖੜੀ ਕਰਕੇ ਦਿੱਤੀ ਹੈ ਕਿ ਤੁਸੀਂ ਆਪਣੀ ਚਲਾਓ, ਔਰ ਜਿੱਥੇ ਪੰਜਾਬ 'ਚ ਲੋੜ ਪੈਂਦੀ ਹੈ ਜਾਓ। ਪੰਜਾਬ 'ਚ ਸੈਂਕੜਾ ਪਾਸਟਰਸ ਜਿਹੜੇ ਖੜੇ ਹੋ ਜਾਣਗੇ ਕਹਿਣ ਲਈ ਕਿ ਐਕਸ਼ਨ ਕਮੇਟੀ ਨੇ ਸਾਡੀ ਹੈਲਪ ਕੀਤੀ, ਔਰ ਵੀਡੀਓ ਬਣਾਉਣ ਵਾਲੇ ਜਿੰਨੇ ਵੀ, ਉਹ ਦੱਸਣ ਕਿੰਨੇ ਪਾਸਟਰਸ ਦੀ ਹੈਲਪ ਕੀਤੀ ਹੈ ਉਹਨਾਂ ਨੇ ਅੱਜ ਤੱਕ। 10% ਵੀ ਨਹੀਂ ਹੋਣਗੇ ਜਿੰਨੀ ਇਹਨਾਂ ਨੇ ਕੀਤੀ। ਹਾਲੇਲੂਇਆ। ਕਾਂਬਰਾ ਚਰਚ ਵਚਨ ਤੇ ਖੜੀ, ਔਰ ਖੜੀ ਰਹੇਗੀ ਹਮੇਸ਼ਾ, ਔਰ ਸਟਰੋਂਗ ਵਚਨ ਦੇ ਉੱਤੇ ਖੜੀ। ਸਾਰੀ ਉਮਰ ਹੋਰ ਕੀਤਾ ਹੀ ਕੀ ਹੈ? ਵਚਨ ਦੀ ਸਿੱਖਿਆ ਤੇ ਲਈ ਹੈ ਪਰਮੇਸ਼ਵਰ ਦੇ ਕੋਲੋਂ। ਵਚਨ ਹੀ ਤੇ ਪੜਿਆ, ਹੋਰ ਕੀਤਾ ਹੀ ਕੀ ਹੈ ਅਸੀਂ? ਮੈਂ ਚਾਹੁੰਦਾ ਤੇ ਕਈ ਕੁਝ ਕਰ ਲੈਂਦਾ ਅਮਰੀਕਾ ਜਾ ਕੇ। ਅੱਜ ਵੀ ਮੈਨੂੰ ਖੁੱਲੇ ਆਫਰ ਹੈ ਅਮਰੀਕਾ 'ਚ, ਲੇਕਿਨ ਵਚਨ ਦੀ ਸਿੱਖਿਆ, ਵਚਨ ਨੂੰ ਪੜ੍ਹਨਾ, ਪ੍ਰਾਰਥਨਾ ਕਰਨਾ, ਉਪਵਾਸ ਰਹਿਣਾ, ਇਹ ਮੇਰੀ ਲਾਈਫ ਰਹੀ ਹੈ ਸ਼ੁਰੂ ਤੋਂ। ਔਰ ਪਰਮੇਸ਼ਵਰ ਨੇ ਮੈਨੂੰ ਐਦਾਂ ਹੀ ਬਣਾਇਆ, ਮੈਂ ਚੇਂਜ ਨਹੀਂ ਹੋ ਸਕਦਾ। ਕੰਮ ਵਧੇ ਘਟੇ, ਬਹੁਤ ਵੱਧ ਜੇ, ਮੈਨੂੰ ਕੋਈ ਮਤਲਬ ਨਹੀਂ, ਲੇਕਿਨ ਮੇਰੀ ਇਹੀ ਲਾਈਫ, ਔਰ ਤੁਹਾਡੀ ਵੀ ਇਹੀ ਹੋਣੀ ਚਾਹੀਦੀ ਅੱਜ ਤੋਂ। ਹਾਲੇਲੂਇਆ। ਇੱਕ ਪਾਸਟਰ ਦਾ ਕੰਮ ਹੈ ਕਿ ਉਹ ਆਪਣੇ ਲੋਕਾਂ ਦੀ ਅਗਵਾਈ ਕਰੇ। ਉਹ ਗਲਤੀ ਕਰਦੇ, ਉਲਾਹਨਾ ਦੇਵੇ, ਡਾਂਟੇ, ਇਲਾਜ ਕਰੇ, ਪਛਤਾਤਾਪ ਵੱਲ ਉਹਨਾਂ ਨੂੰ ਲੈ ਕੇ ਜਾਏ, ਉਹਨਾਂ ਨੂੰ ਸੁੱਟੇ ਨਾ। ਵਚਨ 'ਚ ਲਿਖਿਆ ਪਰਮੇਸ਼ਵਰ ਜਦੋਂ ਪਤਰਸ ਨੇ ਗਲਤੀ ਕੀਤੀ ਤੇ ਫਿਰ ਤੋਂ ਉਹਦਾ ਅੰਗੀਕਾਰ ਕਰਵਾਇਆ कि बोल हुन कि यीशु मसीह उद्धार करता है, मुक्ति दाता है। बोल कि सिर्फ परमेश्वर ही उद्धार करता है। बोल कि तू सिर्फ परमेश्वर सामने ही झुकेगा। हालेलुया। और बाइबल में लिखा है अगर कोई तुहाडे च गिरदा तो दूजा बंदा नम्रता दे नाल संभाले कि आप भी परीक्षा च ना पै जावे। इसलिए क्या अधूरा ज्ञान खतरनाक है। वचन दे विच लिखिया नीति वचन 14:15 च इंग्लिश आपां इहनूं पढ़ांगे। लिखा द सिंपल बिलीव विथ एवरी वर्ड।
और एक जगह बाइबल 'ਚ लिखा द फूल ਜਿਹੜਾ ਮੂਰਖ है, ਜਿਹੜਾ ਭੋਲਾ है, वो हर गल ਨੂੰ सच ਮੰਨਦਾ पर चतुर समझ बूझ के चलता। अगली आयत 'ਚ लिखा wise man feareth and departeth from evil but the fool is confident। नीति वचन 18:6 च लिखा बात बढ़ाने से मूर्ख मुकदमा खड़ा करता है और अपने आप को मार खाने के योग्य दिखाता है। ਜਿਹੜੇ ਪਾਸਟਰ ਦੀਆਂ ਗੱਲਾਂ ਕਰਦੇ ਉਹਦੇ ਤਾਂ ਫੈਮਿਲੀ ਸਾਨੂੰ ਮਿਲ ਕੇ ਗਈ ਹੈ। ਅਸੀਂ ਉਹਨੂੰ ਇੰਟਰਨੈਟ ਤੇ ਹਰ ਚੀਜ਼ ਨਹੀਂ ਪਾਉਂਦੇ ਅਸੀਂ ਕਿ ਲੋ ਜੀ ਉਹ ਦੇਖੋ ਉਹਦੀ ਫੈਮਿਲੀ ਸਾਨੂੰ ਮਿਲ ਕੇ ਗਈ ਹੈ ਜੀ, ਅਸੀਂ ਤਾਂ ਇੱਕ ਆ ਜੀ। ਨੋ ਨੈਵਰ। ਤੁਸੀਂ ਡਰਾਮੇ ਕਰੋ ਸਟੇਜ ਤੋਂ ਰੋਣ ਦੇ ਔਰ ਤੁਹਾਡੀਆਂ ਆਂਸੂ ਵੀ ਨਾ ਨਿਕਲਣ, ਤੁਹਾਡੀ ਟੀਮ ਐਡਿਟ ਕਰ ਕਰਕੇ ਵਿਚਾਰੀ ਆਂਸੂ ਲਾਵੇ, ਲੇਕਿਨ ਸਾਨੂੰ ਉਹ ਡਰਾਮੇ ਕਰਨੇ ਨਹੀਂ ਆਉਂਦੇ ਸਟੇਜ ਤੋਂ। ਸਾਨੂੰ ਇੱਕੋ ਗੱਲ ਪਤਾ ਪਰਮੇਸ਼ਵਰ ਨੇ ਸੱਚਾਈ ਤੇ ਖੜੇ ਕੀਤਾ, ਵਚਨ ਤੇ ਖੜੇ ਕੀਤਾ। ਆਪਣੀ ਚਰਚ ਨੂੰ ਲੈ ਕੇ ਜਾਓ ਪ੍ਰੇਅਰ 'ਚ, ਪਵਿੱਤਰਤਾ 'ਚ, ਸਾਮਰਥ 'ਚ। ਇਹ ਉਹ ਚਰਚ ਹੈ ਕਿ ਆਸ-ਪਾਸ ਦੀਆਂ ਦੂਰ ਦੀਆਂ ਫੈਮਿਲੀਜ਼ ਆਪਣੀਆਂ ਕੁੜੀਆਂ ਨੂੰ ਇਸ ਚਰਚ ਵਿੱਚ ਜ਼ਿਆਦਾ ਸੇਫ ਸਮਝਦੀਆਂ ਆਪਣੇ ਘਰਾਂ ਨਾਲੋਂ, ਕਿਉਂਕਿ ਉਹਨਾਂ ਨੂੰ ਪਤਾ ਇੱਥੇ ਕਿੰਨੀ ਸਖਤੀ ਹੈ। ਇਹ ਉਹ ਚਰਚ ਹੈ। ਜਾਓ ਦਿਖਾਓ ਤੁਸੀਂ ਇੱਦਾਂ ਦੇ ਹੈਗੇ। परमेश्वर ने ग्रेस दी है आपां और दिन च एक बारी इस ग्रेस लिए प्रभु का धन्यवाद जरूर करया करो पूरी चर्च। हालेलुया। ये कोई कॉन्स्टिट्यूशनल पोस्ट थोड़ी है एक्शन कमेटी के प्रेसिडेंट की। उन्हें वैसे ही काम करते रहना परमेश्वर दे, हले भी पास्टर दे वो काम ही करी जा रहे उस पोस्ट ते रवे चाहे ना रवे। लेकिन सानू ये समझना चाहिए कि कौन व्यक्ति कितना सैक्रीफाइस कर रहा अपनी लाइफ च परमेश्वर दे लिए। और इजराइली कौम की एक खासियत रही है शुरू तो, जेड़ा जज दा बंदा इहदे कोल जाएगा ये हमेशा उहदी खिलाफत करते हैं। इन्होंने मूसा की खिलाफत की, इन्होंने यीशु मसीह की खिलाफत की, और सदूकी फरीसी हमेशा इकट्ठे होके जीसस की खिलाफत च लगे रहंदे सी। और जेडे इजराइली लोगों के विच प्रधान होंदे सी वो हमेशा मूसा की खिलाफत च लगे रहंदे सी। ये हमेशा इस कौम की खासियत रही है कि अपने हेल्पर्स और अपने खास लोगों की ये हमेशा खिलाफत करने की कोशिश करते। लेकिन परमेश्वर हमेशा लखां की गिनती दे विच असली विश्वासियों को इन्हां लोगों के नाल हमेशा रखदा सी। वो मूसा के टाइम ते रखदा सी, वो जीसस के टाइम ते रखदा सी, और अज भी वो रखदा कि लखां लोग। आमीन। इन्हां गल्लां नूं प्रार्थनावां दे विच रखो, क्योंकि जो फ्यूचर च होण जा रहा, जो क्रूसेड्स होण जा रहे, मीटिंग्स होण जा रही, ब्रांचिस ओपन होण जा रही, ये आम काम नहीं है। ये पैसे वाले सेवकाइयां भी नहीं कर सकदियां जो परमेश्वर कर रहा। जे आपां कहिए कल्ला पैसा कर सकता है, कल्ला पैसा भी कुछ नहीं कर सकता। और जो ग्रेस परमेश्वर ने दी है, मेरा बिलीव है अगर असी उस ग्रेस दे नाल मिलते हैं, वचन दे विच लिखिया मरकुस 6 ओदी 7 तो 13 आयत दे विच, उसने बाहरों को अपने पास बुलाया और उसने उन्हें दो दो करके भेजने लगा और उन्हें अशुद्ध आत्माओं पर अधिकार दिया और उन्हें आज्ञा दी, मार्ग के लिए लाठी छोड़ो और कुछ ना लो, ना रोटी ना झोली ना बटुए में पैसे, परंतु जूतियां पहनो और दो दो कुर्ते ना पहनो। और उसने उनसे कहा जहां कहीं तुम घर में उतरो वहां से विदा ना हो और उसी घर में टिके रहो और उनको आशीष देना। जिस स्थान के लोग तुम्हें ग्रहण न करे, तुम्हारी ना सुने, वहां से चलते ही अपने तलवों की धूल झाड़ डालो कि उन पर गवाही हो। तब उन्होंने जाकर प्रचार किया कि मन फिराओ, बहुत सी दुष्ट आत्माओं को निकाला और बहुत से बीमारों पर तेल मलकर उनके चंगा किया। कोई व्यक्ति पवित्र आत्मा के खिलाफ अगर कहे कि प्रभु ने मैनू आ किया और बाइबल च उहदे वचन मैच ना करते होने, और याद रखियो उन्होंने परमेश्वर ने नहीं किया, जस्ट दूसरे तो थोड़ा अलग दिखण दे लई कि मैं अलग हाँ, वो अपने मन तो गल्लां कर रहे। लिखा चेलियां ने तेल मल के चंगा किया, कि चेलियां को पावर नहीं सी, कि चेलियां दे ले हैंड च पावर नहीं सी। लिखा उन्होंने तेल मल के लोगों को चंगा किया। इसलिए किसी भी शिक्षा को अपनाने तो पहला हमेशा याद रखना
ਕਿ ਬਾਈਬਲ ਦੇ ਵਿੱਚ ਕੀ ਲਿਖਿਆ, ਵਚਨ ਦੇ ਵਿੱਚ ਕੀ ਲਿਖਿਆ। ਜੋ ਬਾਈਬਲ ਦੇ ਵਿੱਚ ਲਿਖਿਆ ਉਹਨੂੰ ਫੋਲੋ ਕਰਨਾ ਹੈ, ਜੋ ਬਾਈਬਲ ਦੇ ਵਿੱਚ ਨਹੀਂ ਲਿਖਿਆ ਉਹਨੂੰ ਫੋਲੋ ਨਹੀਂ ਕਰਨਾ। ਆਮੀਨ। ਅੱਜ ਬਹੁਤ ਸੇ ਲੋਕ ਆ ਜਿਨ੍ਹਾਂ ਦਾ ਕੋਈ ਮੈਂਟਰ ਨਹੀਂ ਹੈ, ਕੋਈ स्पिरिचुअल फादर नहीं। पहला कुरिन्थियों 4:15 च लिखा, यदि मसीह में तुम्हारे सिखाने वाले 10,000 भी होते तो तुम्हारे पिता बहुत से नहीं, इसलिए कि मसीह यीशु में सुसमाचार के द्वारा मैं तुम्हारा पिता हुआ। अपने तमीथियुस नूं अपने स्पिरिचुअल सन लेदा कि तू मेरा आत्मिक बेटा है, मैं आत्मिक बाप होने दे नाते तैनूं ये गल्लां आखदा हां कि अपने करैक्टर दे उत्ते काम कर। कहता अगर 10,000 भी होंदे तुहाडे सिखाण वाले, फिर भी पिता बहुत से नहीं, क्योंकि सुसमाचार दे सुनाण दे नाल मैं तुहाडा पिता होया। अज किन्ने पास्टर्स है जिहड़े रिस्पॉन्सिबल है अपने किसी मैंटर दे अगे। अज असीं लोकां नूं सुधार दिंदे, 2 मिनट लाने, वड्डी तो वड्डी गलती कीती हुंदी घुटनियां ते लैके आ जाने। क्यों? क्योंकि वो अपना फादर समझदे। लेकिन अज दूसरे लोग किसे अगे भी जवाब दे नहीं हैगे। उन्हां दे नां बदलण दा कारण भी यही है। इस चर्च दे कम से कम 100 पास्टर्स, 100 स्पिरिचुअल सन्स ऐदा दे है जिन्हां दी चर्च की गिनती 20,000 तो ज़्यादा है। और इंडिया अपनी इकलौती ऐदा दी चर्च है कि जिहदे मैंटरशिप दे विच 100 ऐसे पास्टर होण जिहदी चर्च की गिनती 20,000 तो ज़्यादा होए। लेकिन कभी किसी ने यह गल नहीं करनी, ये गल नहीं करनी, किसी ने ये गल किसी ने नहीं करनी। उन्होंने वो गल करनी जिस उन्हों की वैल्यू बने, क्योंकि हर जगह खांबरा चर्च दी गल्लां होंदियां या एक्शन कमेटी दियां होंदियां। एक ऐसा व्यक्ति जो वलंटियर के तौर पर चर्च एंटर करे और अज 20,000 की चर्च चला रहा हो और तुहाडे कोल 200 दी नहीं चलती, तो कुछ तक ग्रेस होएगी परमेश्वर की। और आज अगर 4,000 पास्टर्स मेंटरशिप के नीचे अपनी रिपोर्ट्स भेजते हो, जवाब देने हो कि असीं की कर रहे हैं, किन्ने बपतिस्मे दिते, किन्ने असीं प्रेयर प्रार्थना की, किन्ने लोग नवे आए, किन्ने लोगों को असीं बचाया इस हफ्ते। पास्टर्स के बदन का कारण यह भी, ना बदन का कारण यह भी है कि किसी के अगे जवाब दे नहीं है, वो किसी ने जवाब देना उचित नहीं समझते, अपने आप चलना चाहते हो। अगर परमेश्वर ने पवित्र आत्मा ही ठहराया कि कलीसिया नूं गाइड करना, तो फिर बाइबल च क्यों लिखा कि उन्हें कलीसिया च प्रेरित ठहराए, भविष्यवक्ता ठहराए, पास्टर्स ठहराए, टीचर्स ठहराए, इवेंजलिस्ट ठहराए? क्यों लिखा उन्हें? फिर ऐसा उन्हें बंदे नूं ठहराया कलीसिया दे विच, कलीसिया नूं परफेक्ट करन दे लई। अज जवाब दे नहीं है आपां किसी दे अगे भी, कुछ भी आपां मूर्खताई दे नाल लाइव आके बोल दिंदे, क्योंकि जवाब दे नहीं है। जवाब दे अगर आपां होवांगे तो फिर असीं सोच के बोलांगे हमेशा। बाइबल में लिखा, पौलुस कह रहा कि सुसमाचार के द्वारा मैं तुहाडा पिता होया। ये पिता के जिहड़े लोग भाषण दिंदे सीगे हुण क्यों नहीं दिंदे? क्योंकि वो अपने पिता भी पिता ना कहण, फिर अपने डैडी भी डैडी ना कहण, क्योंकि यीशु मसीह का वचन फिर सारिਆਂ ते लागू हुंदा कि धरती ते किसी ने भी अपना पिता नहीं कहना। पर उसदा वचन एक जगह यह भी लिखदा कि अपने माँ ते प्यो का आदर कर, ते एक जगह यह भी लिखदा कि प्रभु च अपने माँ प्यो का आदर कर, यह भी लिखदा हो। आमीन। वो भी लिखदा अपने बायोलॉजिकल फादर मदर का आदर कर, और यह भी लिखदा प्रभु च अपने माता और पिता का आदर कर। हालेलुया। जो बाइबल च लिखा उस शिक्षा नूं पकड़े रहना हमेशा। लोग की कहते हैं अधूरा ज्ञान, किसी ने किसी दी यूट्यूब तो कुछ देखा उही बयान देन लग गए हो, और ये देखा ही नहीं कि ये वाकई गल हैगी भी है कि नहीं हैगी। इसलिए क्या, पहले पूरा ज्ञान इकट्ठा करो, अद्धे प्रचारक ना बनो, मूर्ख प्रचारक ना बनो, पहला पूरा ज्ञान लो गल की है विचों, कि जो मैं कह रहा कि वो वाकई इदा हैगा कि नहीं हैगा। हालेलुया। लिखा मसीह च तुहाडे सिखाने वाले 10,000 भी होंदे, पर सुसमाचार के नाते मैं तुहाडा सुसमाचार के द्वारा पिता हाँ, क्योंकि तुहाडे पिता बहुत से नहीं है। मेरा ये बिलीव है
ਜਿਹੜਾ ਦਰਸ਼ਨ ਪਰਮੇਸ਼ਰ ਨੇ ਮੈਨੂੰ ਕੁਝ ਦਿਨ ਪਹਿਲਾਂ ਦਿੱਤਾ, ਜਿਹੜਾ ਮੈਂ ਇੱਥੇ ਸ਼ੇਅਰ ਨਹੀਂ ਕਰ ਸਕਦਾ, ਜਿਹੜਾ ਬਹੁਤ ਹੀ ਸ਼ਾਨਦਾਰ ਔਰ ਨੈਕਸਟ ਲੈਵਲ ਦਾ ਵਿਜ਼ਨ, ਜਿਹੜਾ ਹਲੇ ਸਟਾਰਟ ਵੀ ਨਹੀਂ ਹੋਣਾ, ਉਹਨੂੰ ਸਟਾਰਟ ਕਰਦੇ ਕਰਦੇ ਵੀ 3 ਤੋਂ 4 ਸਾਲ ਤੋਂ ਬਾਅਦ ਉਹ ਸ਼ੁਰੂ ਹੋਏਗਾ, ਜੇ ਮੈਂ ਅੱਜ ਤੋਂ ਕੰਮ ਕਰਾਂਗਾ, ਜਿਹਦੇ ਲਈ ਮੈਂ ਆਪਣੀ ਟੀਮ ਨੂੰ ਬੁਲਾਇਆ ਔਰ ਕੰਮ ਕਰਨਾ ਸਟਾਰਟ ਕਰ ਦਿੱਤਾ। ਮੈਂ ਤੁਹਾਨੂੰ ਇੱਕ ਗੱਲ ਦੀ ਗਾਰੰਟੀ ਦਿੰਦਾ ਕਿ ਕੱਲੇ ਜਗ੍ਹਾ ਦੇ ਉੱਤੇ ਯਿਸੂ ਮਸੀਹ ਦੇ ਨਾਮ ਦਾ ਪ੍ਰਚਾਰ ਹੋਏਗਾ, ਔਰ ਸੱਚਾ ਪ੍ਰਚਾਰ ਹੋਏਗਾ, ਔਰ ਰਾਈਟ ਪ੍ਰਚਾਰ ਹੋਏਗਾ, ਔਰ ਸ਼ੁੱਧ ਪ੍ਰਚਾਰ ਹੋਏਗਾ। ਇਸ ਪ੍ਰਚਾਰ 'ਚ ਰੋਂਗ ਚੀਜ਼ਾਂ ਨੂੰ ਡਿਫੈਂਡ ਨਹੀਂ ਕੀਤਾ ਜਾਏਗਾ। ਯਿਸੂ ਮਸੀਹ ਨੂੰ 50,000 ਰੁਪਏ 'ਚ ਵੇਚਿਆ ਨਹੀਂ ਜਾਏਗਾ, ਲੇ ਹੈਂਡ ਦੇ ਲਈ 25,000 'ਚ ਵੇਚਿਆ ਨਹੀਂ ਜਾਏਗਾ, ਔਰ ਰਾਈਟ ਪ੍ਰਚਾਰ ਕੀਤਾ ਜਾਏਗਾ। ਔਰ ਮੈਂ ਤੁਹਾਨੂੰ ਇਹ ਗੱਲ ਦੱਸ ਦੇਣਾ ਚਾਹੁੰਦਾ ਕਿ ਤੁਹਾਡੇ ਬੀਚ, ਤੁਹਾਡੀਆਂ ਪ੍ਰੇਅਰ ਜੋ ਤੁਸੀਂ ਅੱਜ ਕਰ ਰਹੇ ਹੋ, ਮੈਂ ਉਹ ਦਰਸ਼ਨ ਬਿਆਨ ਨਹੀਂ ਕਰ ਸਕਦਾ। ਅਗਰ ਮੈਂ ਦਰਸ਼ਨ ਬਿਆਨ ਕਰਾਂਗਾ ਤੇ ਵਿਚਾਰੇ ਅੱਖਾਂ ਪਹਿਲੇ ਲੋਕਾਂ ਦੀਆਂ ਬਾਹਰ ਕਿਤੇ ਜ਼ਿਆਦਾ ਹੀ ਨਾ ਬਾਹਰ ਆ ਜਾਣ, ਹੱਥ ਨਾਲ ਅੰਦਰ ਕਰਨੀਆਂ ਪੈਣ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਚੀਜ਼ ਹੋਣ ਵਾਲੀ ਹੈ, ਇੱਕੋ ਹੀ ਤੁਹਾਨੂੰ ਮੈਂ ਹਿੰਟ ਦਊਂਗਾ। ਮੈਂ ਕਿਹਾ ਘਰ 'ਚ ਯਿਸੂ ਮਸੀਹ ਦਾ ਨਾਮ ਹੋਏਗਾ, ਮੈਂ ਤੁਹਾਨੂੰ ਦੱਸ ਦਿੰਦਾ। और लोगों को समझ आएगी कि परमेश्वर ने चर्च नू खड़ा किया, एक सामर्थी चर्च नू खड़ा किया, वचन नाल भरे हुए लोगों को खड़ा किया, जिहड़े सानू गाइड कर रहे और अगवाई कर रहे, और तुसीं सेम नहीं हो। आमीन। मैनू खड़कन वाला चाहिए थोड़ा। हालेलुया।